1901 ਦਾ ਜਿਹੜਾ ਲੈਂਡ ਅਲਾਈਜੇਸ਼ਨ ਐਕਟ ਪਾਸ ਕੀਤਾ ਕਿ ਕੋਈ ਵੀ ਜ਼ਮੀਨਦਾਰ ਜਿਹੜਾ ਹੈ ਉਹ ਆਪਣੀ ਜ਼ਮੀਨ ਜਿਹੜੀ ਹੈ ਨਾ ਤਾਂ ਉਹ ਕਿਸੇ ਨਾਨ ਐਗਰੀਕਲਚਰਿਸਟ ਨੂੰ ਗਿਰਵੀ ਰੱਖ ਸਕਦਾ ਹੈ, ਨਾ ਉਸ ਨੂੰ ਵੇਚ ਸਕਦਾ ਹੈ। ਇੱਕ ਵੱਡਾ ਅੰਦੋਲਨ ਜਿਹੜਾ ਆ ਉਹ 1901 ਤੋਂ ਬਾਅਦ 6-7 ਸਾਲਾਂ ਵਿੱਚ ਖੜਾ ਹੋਇਆ, ਜੀ ਔਰ ਜਿਸ ਦੀ ਅਗਵਾਈ ਜਿਹੜੀ ਹੈ ਲਾਲਾ ਲਾਜਪਤ ਰਾਏ ਔਰ ਅਜੀਤ ਸਿੰਘ ਵਰਗੇ ਸਾਡੇ ਜਿਹੜੇ ਮਸ਼ਹੂਰ ਕ੍ਰਾਂਤੀਕਾਰੀ ਸੀ ਉਹਨਾਂ ਨੇ ਕੀਤੀ। ਔਰ ਰਾਵਲਪਿੰਡੀ ਹੈ, ਸਿਆਲਕੋਟ ਹੈ, ਇਹ ਸਾਰੇ ਉਹ ਏਰੀਆ ਸੀਗੇ ਜਿੱਥੇ ਕਿ ਬਹੁਤ ਸਾਰੀ ਸੰਖਿਆ ਵਿੱਚ ਸਾਡੇ ਪੰਜਾਬੀ ਰਹਿ ਰਹੇ ਸੀਗੇ, ਸਿੱਖ ਜੱਟ ਸਿੱਖ ਰਹਿ ਰਹੇ ਸੀਗੇ। ਇਹ ਤੁਹਾਡਾ ਵਾਈਟ ਮੈਨਸ ਦਾ ਬਰਡਨ ਇਹ ਹੈ ਕਿ ਤੁਸੀਂ ਪੂਰੇ ਦੁਨੀਆ ਦੇ ਲੋਕਾਂ ਨੂੰ ਖਤਮ ਕਰਕੇ ਆਪਣਾ ਰਾਜ ਕਾਇਮ ਕਰਨਾ ਚਾਹੁੰਦੇ। ਜਲਿਆਂਵਾਲਾ ਬਾਗ ਸਾਡੇ ਪੰਜਾਬ ਦਾ ਜਾਂ ਕਹੀਏ ਸਾਡੇ ਮੁਲਕ ਦੀ ਆਜ਼ਾਦੀ ਦਾ ਇੱਕ ਅਜਿਹਾ ਵਿਸ਼ਾ ਹੈ ਕਿ ਜਦੋਂ ਵੀ ਉਹ ਤਵਾਰੀਖ ਆਉਂਦੀ ਹੈ ਤਾਂ ਹਰ ਪੰਜਾਬੀ ਦਾ, ਹਰ ਭਾਰਤੀ ਦੇ ਜ਼ਖਮ ਜਿਹੜੇ ਨੇ ਉਹ ਅੱਲੇ ਹੋ ਜਾਂਦੇ ਨੇ। ਹਾਲਾਂਕਿ ਸਮੇਂ-ਸਮੇਂ ਤੇ ਬਹੁਤ ਕੋਸ਼ਿਸ਼ਾਂ ਹੋਈਆਂ ਕਿ ਜਲਿਆਂਵਾਲੇ ਬਾਗ ਦੀ ਜੋ ਕਹਾਣੀ ਹੈ, ਜੋ ਇਤਿਹਾਸ ਹੈ, ਜੋ ਘਟਨਾਕ੍ਰਮ ਉਸ ਦਿਨ ਵਾਪਰਿਆ ਸੀ, ਉਸ ਨੂੰ ਅਸੀਂ ਆਪਣੇ ਦੇਸ਼ ਵਾਸੀਆਂ ਤੱਕ ਪਹੁੰਚਾਈਏ। ਅਸੀਂ ਇਹ ਵੀ ਦੱਸੀਏ ਆਪਣੇ ਦਰਸ਼ਕਾਂ ਨੂੰ ਕਿ ਇਸ ਨੂੰ ਲੈ ਕੇ ਜਿਹੜੀ ਇੱਕ ਕਮੇਟੀ ਬਣੀ ਹੋਈ ਹੈ ਕੇਂਦਰ ਸਰਕਾਰ ਦੀ, ਉਹਦਾ ਪ੍ਰਧਾਨ ਮੰਤਰੀ ਜਿਹੜੇ ਹੈ ਨੇ ਚੇਅਰਮੈਨ ਹੁੰਦੇ ਨੇ। ਪਿੱਛੇ ਜੇ ਇਹਦਾ ਕਾਇਆਕਲਪ ਵੀ ਕੀਤਾ ਗਿਆ, ਰੈਨੋਵੇਸ਼ਨ ਵੀ ਕੀਤੀ ਗਈ, ਤੇ ਹੁਣ ਜਾ ਕੇ ਸਰਕਾਰੀ ਕਾਲਜ ਸੈਕਟਰ 46 ਚੰਡੀਗੜ੍ਹ ਹੈਗਾ, ਉੱਥੇ ਇਤਿਹਾਸ ਦੇ ਪ੍ਰੋਫੈਸਰ ਨੇ ਡਾਕਟਰ ਰਾਜੇਸ਼ ਚੰਦਰ। 1919 ਦਾ ਉਹ ਕਾਂਡ ਸੀਗਾ, 2019 ਵੀ ਲੰਘ ਚੁੱਕਾ ਹੈ। ਭਾਵ ਆਪਾਂ ਮੋਟੇ ਤੌਰ ਤੇ ਦੇਖੀਏ 102 ਸਾਲ ਹੋ ਚੁੱਕੇ ਨੇ, ਇੱਕ ਸਦੀ ਬੀਤ ਗਈ ਹੈ ਇਹ ਘਟਨਾਕ੍ਰਮ ਵਾਪਰੇ ਨੂੰ। ਸਵਾਲ ਉੱਠਦੇ ਨੇ ਕਿ ਜਨਰਲ ਡਾਇਰ ਹੋਰਾਂ ਨੂੰ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ, ਉਹਨਾਂ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਨੇ ਭੋਜਨ ਕਰਾਇਆ ਸੀ ਉਸ ਘਟਨਾਕ੍ਰਮ ਤੋਂ ਬਾਅਦ ਆਪਣੇ ਘਰ, ਤੇ ਉਸ ਵੇਲੇ ਦੇ ਕੁਝ ਫਿਰੰਗੀ ਅਫਸਰਾਂ ਨੂੰ ਦਰਬਾਰ ਸਾਹਿਬ ਵਿਖੇ ਲਿਆ ਕੇ ਸਿਰੋਂ ਭੋਗ ਸਾਹਿਬ ਭੇਂਟ ਕੀਤਾ ਗਿਆ ਸੀਗਾ। ਇਹਦਾ ਸੱਚ ਕੀ ਹੈ ਤੇ ਹੋਰ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਅੱਜ ਤੱਕ ਸਾਹਮਣੇ ਨਹੀਂ ਆ ਸਕੀਆਂ ਸੀਗੀਆਂ, ਸਾਡੇ ਪੰਜਾਬੀਆਂ ਦੇ ਇਸ ਕਿਤਾਬ ਰਾਹੀਂ ਡਾਕਟਰ ਰਾਜੇਸ਼ ਜਿਹੜਾ ਹੈਗੇ ਨੇ ਸਾਡੇ ਸਾਹਮਣੇ ਲੈ ਕੇ ਆਏ ਨੇ। ਸੋ ਕਿੰਨੀ ਕੁ ਇਹਨਾਂ ਨੂੰ ਮਿਹਨਤ ਕਰਨੀ ਪਈ, ਕਿੰਨਾ ਕੁ ਸਮਾਂ ਲਿਖਿਆ, ਤੇ ਕੀ ਹਕੀਕਤ ਹੈ ਸਤਿਆਜੀਤ ਸਿੰਘ ਮਜੀਠੀਆ ਵੱਲੋਂ ਫਿਰ ਆਪਣਾ ਫਿਰੰਗੀਆਂ ਨੂੰ ਭੋਜਨ ਕਰਾਉਣ ਦੀ, ਦਰਬਾਰ ਸਾਹਿਬ ਵਿਖੇ ਉਸ ਵੇਲੇ ਦੇ ਕੁਝ ਹੋਰ ਸਿਆਸਤਦਾਨਾਂ ਵੱਲੋਂ ਉਹਨਾਂ ਨੂੰ ਸਿਰੋਪਾ ਸਾਹਿਬ ਭੇਂਟ ਕਰਨ ਦੀ। ਇਹ ਹਕੀਕਤ ਅੱਜ ਆਪਾਂ ਜਾਣਦੇ ਹਾਂ ਡਾਕਟਰ ਰਾਜੇਸ਼ ਚੰਦਰ ਉਹਨਾਂ ਤੋਂ। ਸੋ ਪ੍ਰੋਫੈਸਰ ਸਾਹਿਬ, ਸਵਾਗਤ ਹੈ ਸਾਡਾ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ। ਥੈਂਕ ਯੂ ਸਰ ਜੀ। ਸੋ ਇਹ ਕਿਤਾਬ 100 ਸਾਲ ਦਾ ਇਤਿਹਾਸ ਹੈ ਜੀ, ਜੋ ਤੁਸੀਂ ਆਪਣੇ ਸ਼ਬਦਾਂ ਰਾਹੀਂ, ਆਪਣੀ ਕਲਮ ਰਾਹੀਂ ਜਿਹੜਾ ਲਿਖਿਆ ਹੈਗਾ। ਕਿੱਦਾਂ ਤੁਹਾਡੇ ਮਨ 'ਚ ਆਇਆ ਕਿ ਮੈਂ ਲਿਖਾਂ? ਸਭ ਤੋਂ ਪਹਿਲਾਂ ਤਾਂ ਮੈਂ ਸਕਰੋਲ ਪੰਜਾਬ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਔਰ ਤੁਹਾਡਾ ਵੀ ਅਮਰਵਾਲ ਸਾਹਿਬ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਾਡੀ ਇਸ ਕਿਤਾਬ ਨੂੰ ਅੱਜ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦਾ ਇੱਕ ਉਪਰਾਲਾ ਕੀਤਾ ਹੈ। ਤੋ ਮੈਂ ਡਾਕਟਰ ਪ੍ਰਸ਼ਾਂਤ ਗੌਰਵ ਜੀ ਜਿਹੜੇ ਮੇਰੇ ਨਾਲ ਇਸ ਬੁੱਕ ਦੇ ਵਿੱਚ ਰਾਈਟਰ ਨੇ, ਉਹ ਕਿਸੇ ਕੰਮ ਕਰ ਨਹੀਂ ਆ ਸਕੇ, ਪਰ ਮੈਂ ਜੋ ਹੈ ਤੁਹਾਡੇ ਇਸ ਚੈਨਲ ਦਾ ਤਹਿ ਦਿਲੋਂ ਉਹਨਾਂ ਵੱਲੋਂ ਵੀ ਧੰਨਵਾਦ ਕਰਦਾ ਜੀ। ਤੋ ਜੋ ਇਹ ਪੁਸਤਕ ਲਿਖਣ ਦਾ ਜਿਸ ਤਰ੍ਹਾਂ ਵਿਚਾਰ ਆਇਆ ਮਨ ਦੇ ਵਿੱਚ ਕਿ ਹਰ ਭਾਰਤੀ ਜਿਹੜਾ ਹੈ ਉਹ ਆਪਣੇ ਦੇਸ਼ ਲਈ ਹਰ ਸਮੇਂ ਕੁਝ ਨਾ ਕੁਝ ਕਰਨਾ ਚਾਹੁੰਦਾ ਸੀ ਔਰ ਕਰਦਾ ਵੀ ਪਿਆ ਹੈ। ਔਰ ਮੈਂ ਵੀ ਇੱਕ ਭਾਰਤੀ ਹੋਣ ਦੇ ਨਾਤੇ, ਇੱਕ ਪੰਜਾਬੀ ਹੋਣ ਦੇ ਨਾਤੇ, ਤੋ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਇਸ ਘਟਨਾ ਨੂੰ 100 ਸਾਲ ਜੋ ਪੂਰੇ ਹੋ, ਇੱਕ ਸਦੀ ਬੀਤ ਗਈ ਹੈ, ਇੱਕ ਸਦੀ ਬੀਤ ਚੁੱਕੀ ਹੈ। ਤੋ ਮੈਂ ਵੀ ਕੁਝ ਨਾ ਕੁਝ ਇਸ ਇਤਿਹਾਸ ਦਾ ਇੱਕ ਟੀਚਰ ਹੋਣ ਦੇ, ਸਟੂਡੈਂਟ ਹੋਣ ਦੇ ਨਾਤੇ, ਕਿ ਆਪਣੇ ਦੇਸ਼ ਵਾਸੀਆਂ ਨੂੰ ਜਾਂ ਪੂਰੇ ਵਿਸ਼ਵ ਨੂੰ ਇਸ ਘਟਨਾ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਜੋ ਹੈ ਉਹਨਾਂ ਦੇ ਸਾਹਮਣੇ ਲਿਆਵਾਂ।
ਜੀ ਔਰ ਇਸ ਪੁਸਤਕ ਦਾ ਜ਼ਰੀਆ ਹੈ, ਹਾਲਾਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਜਾਂ ਹੋਰ ਬਹੁਤ ਸਾਰੇ ਚੀਜ਼ਾਂ ਆ ਚੁੱਕੀਆਂ ਨੇ, ਪਰ ਪੁਸਤਕਾਂ ਦਾ ਜੋ ਰੋਲ ਜੋ ਹੈ ਸਾਡੇ ਗਿਆਨ ਵਰਧਨ ਦੇ ਵਿੱਚ, ਉਹ ਹਜੇ ਵੀ ਉਨਾ ਹੀ ਹੈ ਜਿੰਨਾ ਕਿ ਪਹਿਲਾਂ ਸੀ। ਸੋ ਇਸ ਕਰਕੇ ਮੈਂ ਤੁਹਾਡਾ ਵੀ ਇਸ ਇੱਥੇ ਆਉਣ 'ਤੇ ਧੰਨਵਾਦ ਕਰਦਾ ਹਾਂ ਜੀ। ਸੋ ਬੜਾ ਇੱਕ ਮੈਨੂੰ ਲੱਗਦਾ ਵੀ ਉਹ ਖੋਜਪੂਰਨ ਕੰਮ ਸੀਗਾ ਇਹ ਜੀ ਇਤਿਹਾਸ। ਅਸੀਂ ਵੀ ਬਚਪਨ 'ਚ ਪੜ੍ਹਦੇ ਆ ਰਹੇ ਹਾਂ, ਤੁਸੀਂ ਵੀ ਆਪਣੇ ਟਾਈਮ 'ਚ ਪੜ੍ਹਿਆ ਹੋਣਾ, ਜੀ ਸੁਣਦੇ ਆ ਰਹੇ ਸੀਗੇ। ਸੋ ਦਰਸ਼ਕੋ, ਮੈਂ ਤੁਹਾਨੂੰ ਦੱਸਾਂ ਵੀ ਜੋ ਮੁੱਖ ਇਹਦੇ ਚੈਪਟਰ ਜਿਹੜਾ ਹੈ ਨੇ ਪ੍ਰੋਫੈਸਰ ਸਾਹਿਬ ਵੱਲੋਂ ਬਣਾਏ ਗਏ ਨੇ, ਜੋ ਮੁੱਖ ਤੌਰ ਤੇ ਇਹਦੇ 10 ਚੈਪਟਰ ਨੇ। ਅੰਮ੍ਰਿਤਸਰ, ਇੱਕ ਇਤਿਹਾਸਕ ਪਿਛੋਕੜ, ਜਲਿਆਂਵਾਲਾ ਬਾਗ ਕਤਲੇਆਮ ਤੋਂ ਪਹਿਲਾਂ, ਇਹ ਦੂਜਾ ਚੈਪਟਰ ਹੈ। ਪੰਜਾਬ ਵਿੱਚ ਰਾਜਨੀਤਿਕ ਪਰਿਸਥਿਤੀਆਂ, ਵੀ ਇਹ ਕਤਲੇਆਮ ਹੋਣ ਤੋਂ ਪਹਿਲਾਂ ਪੰਜਾਬ ਦੇ ਪੋਲੀਟੀਕਲ ਜਿਹੜਾ ਐਟਮੋਸਫੀਅਰ ਕਿਹੋ ਜਿਹਾ ਸੀ। ਤੀਜਾ ਹੈਗਾ ਰੋਲਟ ਐਕਟ 1919। ਇਸ ਤੋਂ ਬਾਅਦ ਜਲਿਆਂਵਾਲਾ ਬਾਗ ਕਤਲੇਆਮ, ਫਿਰ ਮਾਰਸ਼ਲ ਲਾ, ਕਤਲੇਆਮ ਮਗਰੋਂ ਵੱਖ-ਵੱਖ ਜਾਂਚ ਕਮੇਟੀਆਂ। 7ਵੇਂ ਨੰਬਰ ਤੇ ਵਾਇਸਰਾਏ ਦੀ ਕਾਰਜਕਰਨੀ ਪਰਿਸ਼ਦ ਦਾ ਫੈਸਲਾ ਤੇ ਜਨਰਲ ਡਾਇਰ ਦਾ ਹਾਊਸ ਆਫ ਕਾਮਨਸ ਵਿੱਚ ਵਿਰੋਧ, ਕਿ ਉਸ ਟਾਈਮ ਦੇ ਵਾਇਸਰਾਏ ਨੇ ਕੀ ਤੈਅ ਕੀਤਾ ਸੀ ਤੇ ਅੱਗੇ ਹੋਇਆ ਕੀ। ਫਿਰ ਜਲਿਆਂਵਾਲਾ ਬਾਗ ਕਤਲੇਆਮ, ਕੁਝ ਸਾਹਿਤਕ ਪਰਿਪੇਖ, ਉਹ ਕੀ ਦ੍ਰਿਸ਼ਟੀਕੋਣ ਸੀ। ਫਿਰ ਜਲਿਆਂਵਾਲਾ ਬਾਗ ਕਤਲੇਆਮ ਨਾਲ ਸੰਬੰਧਿਤ ਪੰਜਾਬ ਦੇ ਕ੍ਰਾਂਤੀਕਾਰੀ ਤੇ ਜਲਿਆਂਵਾਲਾ ਬਾਗ ਮੈਮੋਰੀਅਲ। ਸੋ ਪ੍ਰੋਫੈਸਰ ਸਾਹਿਬ, ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਕਿਤੇ ਨਾ ਕਿਤੇ ਗੱਲਾਂ ਉੱਠਦੀਆਂ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਓ ਜਾਂ ਹੋਰ ਸਿਆਸਤਦਾਨਾਂ ਦੀ ਗੱਲ ਕਰ ਲਓ, ਕਿ ਉਹ ਅੰਗਰੇਜ਼ਾਂ ਨਾਲ, ਬ੍ਰਿਟਿਸ਼ਰਸ ਨਾਲ, ਈਸਟ ਇੰਡੀਆ ਕੰਪਨੀ ਨਾਲ ਮਿਲ ਗਏ ਸੀ ਜਾਂ ਉਹਨਾਂ ਦੇ ਨੌਕਰ ਬਣ ਗਏ ਸੀ, ਗੁਲਾਮ ਬਣ ਗਏ ਸੀ। ਸੋ ਤੁਸੀਂ ਜਿਹੜਾ ਚੈਪਟਰ ਲਿਖਿਆ ਇਹਦੇ 'ਚ ਕਿ ਕਤਲੇਆਮ ਤੋਂ ਪਹਿਲਾਂ ਪੰਜਾਬ ਦੇ ਰਾਜਨੀਤਿਕ ਹਾਲਾਤ, ਉਹ ਕੀ ਸੀ, ਇਸ ਤੇ ਚਾਨਣਾ ਪਾਓ। ਦੇਖੋ ਜੀ, ਰਾਜਨੀਤਿਕ ਹਾਲਾਤ ਜਿਹੜੇ ਸੀ ਪੰਜਾਬ ਦੇ, ਉਹ 1919 ਦੀ ਜਿਹੜੀ ਇਹ ਘਟਨਾ ਹੈ, ਉਹ ਕੋਈ ਓਵਰਨਾਈਟ ਘਟਨਾ ਨਹੀਂ ਸੀਗੀ, ਬਲਕਿ ਇਸ ਘਟਨਾ ਨੂੰ ਇੱਕਦਮ ਨਹੀਂ ਵਾਪਰੀ। ਹਾਂ, ਇੱਕਦਮ ਨਹੀਂ ਵਾਪਰੀ, ਲੰਬੀ ਪਲੈਨਿੰਗ ਸੀ। ਹਾਂਜੀ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਮੈਂ ਪਿਛਲੇ 15-20 ਸਾਲ ਤੋਂ ਪਹਿਲਾਂ ਤੋਂ ਉਜਾਗਰ ਕਰਨਾ ਚਾਹਾਂਗਾ ਕਿ ਜਦੋਂ 1901 ਦੇ ਵਿੱਚ ਲੈਂਡ ਅਲਾਈਨੇਸ਼ਨ ਐਕਟ ਬਣਿਆ ਤੇ ਪੰਜਾਬ ਵਾਸੀਆਂ ਦੇ ਮਨਾਂ ਦੇ ਵਿੱਚ ਜੋ ਅੰਗਰੇਜ਼ਾਂ ਦੇ ਪ੍ਰਤੀ ਜਾਂ ਸਰਕਾਰ ਦੇ ਪ੍ਰਤੀ ਜਿਹੜਾ ਰੋਸ ਸੀਗਾ, ਉਹ ਬਹੁਤ ਜ਼ਿਆਦਾ ਭੜਕ ਉੱਠਾ ਸੀਗਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਜ਼ਮੀਨਾਂ ਅੰਗਰੇਜ਼ਾਂ ਨੇ ਫ੍ਰੀ ਆਫ ਕਾਸਟ ਸਾਡੇ ਪੰਜਾਬੀ ਭਰਾਵਾਂ ਨੂੰ ਦਿੱਤੀਆਂ ਸੀਗੀਆਂ ਨਾਰਥ ਵੈਸਟ ਏਰੀਆ ਦੇ ਵਿੱਚ ਜੀ, ਤੇ ਉਹ ਦੁਬਾਰਾ ਉਹਨਾਂ ਨੂੰ ਦੁਬਾਰਾ ਆਪਣੇ ਵਾਪਸ ਲੈਣ ਦੀ ਜਦੋਂ ਗੱਲ ਕੀਤੀ, ਫਿਰ ਦੂਸਰੇ ਵਾਰ ਉਸ ਤੋਂ ਉਹਨਾਂ ਨੇ 1901 ਦਾ ਜਿਹੜਾ ਲੈਂਡ ਅਲਾਈਨੇਸ਼ਨ ਐਕਟ ਪਾਸ ਕੀਤਾ ਕਿ ਕੋਈ ਵੀ ਜ਼ਮੀਨਦਾਰ ਜਿਹੜਾ ਹੈ ਉਹ ਆਪਣੀ ਜ਼ਮੀਨ ਜਿਹੜੀ ਹੈ ਨਾ ਤਾਂ ਉਹ ਕਿਸੇ ਨਾਨ ਐਗਰੀਕਲਚਰਿਸਟ ਨੂੰ ਗਿਰਵੀ ਰੱਖ ਸਕਦਾ ਹੈ, ਨਾ ਉਸ ਨੂੰ ਵੇਚ ਸਕਦਾ ਹੈ। ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਸ ਤੇ ਰੋਸ ਵਜੋਂ ਜਾਂ ਜਿਹੜਾ ਟੈਕਸੇਸ਼ਨ ਜਿਹੜਾ ਸੀਗਾ ਪੰਜਾਬੀਆਂ ਤੇ ਬਹੁਤ ਜ਼ਿਆਦਾ ਲਗਾਇਆ ਜਾ ਚੁੱਕਾ ਸੀਗਾ, ਔਰ ਜਿਸ ਦੇ ਰੂਸ ਵਜੋਂ ਇੱਕ ਵੱਡਾ ਅੰਦੋਲਨ ਜਿਹੜਾ ਆ ਉਹ 1901 ਤੋਂ ਬਾਅਦ 6-7 ਸਾਲਾਂ ਵਿੱਚ ਖੜਾ ਹੋਇਆ, ਔਰ ਜਿਸ ਦੀ ਅਗਵਾਈ ਜਿਹੜੀ ਹੈ ਲਾਲਾ ਲਾਜਪਤ ਰਾਏ ਔਰ ਅਜੀਤ ਸਿੰਘ ਵਰਗੇ ਸਾਡੇ ਜਿਹੜੇ ਮਸ਼ਹੂਰ ਕ੍ਰਾਂਤੀਕਾਰੀ ਸੀ ਉਹਨਾਂ ਨੇ ਕੀਤੀ, ਔਰ ਪੂਰੇ ਪੰਜਾਬ ਦੇ ਵਿੱਚ ਇੱਕ ਕਿਸਾਨੀ ਅੰਦੋਲਨ ਜਿਹੜਾ ਸ਼ੁਰੂ ਕੀਤਾ ਗਿਆ, ਔਰ ਜਿਹੜਾ ਪਗੜੀ ਸੰਭਾਲ ਜੱਟਾ, ਹਾਂਜੀ, ਜਿਹੜੇ ਵਿੱਚ ਉਹਨਾਂ ਨੇ ਨਾਰਾ ਦਿੱਤਾ ਗਿਆ ਪਗੜੀ ਸੰਭਾਲ ਜੱਟਾ, ਔਰ 1907 ਦੇ ਵਿੱਚ ਅੰਦੋਲਨ ਜਿਹੜਾ ਸੀਗਾ ਪੂਰੇ ਚਰਮ ਤੇ ਸੀਗਾ, ਔਰ ਇਸ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵੀ ਵਾਪਰੀਆਂ, ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਸਭਾਵਾਂ ਕੀਤੀਆਂ ਗਈਆਂ, ਲਾਹੌਰ ਦੇ ਵਿੱਚ ਸਭਾਵਾਂ ਕੀਤੀਆਂ ਗਈਆਂ, ਜਿਹੜਾ ਤੁਹਾਡਾ ਰਾਵਲਪਿੰਡੀ ਹੈ, ਸਿਆਲਕੋਟ ਹੈ, ਇਹ ਸਾਰੇ ਉਹ ਏਰੀਆ ਸੀਗੇ ਜਿੱਥੇ ਕਿ ਬਹੁਤ ਸਾਰੀ ਸੰਖਿਆ ਵਿੱਚ ਸਾਡੇ ਪੰਜਾਬੀ ਰਹਿ ਰਹੇ ਸੀਗੇ, ਸਿੱਖ ਜੱਟ ਸਿੱਖ ਰਹਿ ਰਹੇ ਸੀਗੇ, ਔਰ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਮਨ ਦੇ ਵਿੱਚ ਸ਼ੰਕਾਵਾਂ ਸੀਗੀਆਂ, ਉਹਨਾਂ ਨੂੰ ਆਪਣੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ, ਜਿਹਨੂੰ ਕਿਸਾਨੀ ਅੰਦੋਲਨ ਕਿਹਾ ਗਿਆ। ਔਰ ਇਹ ਅੰਦੋਲਨ ਜਿਹੜਾ ਇੰਨਾ ਵੱਡਾ ਹੁੰਦਾ ਗਿਆ ਕਿ ਬਾਅਦ ਦੇ ਵਿੱਚ ਸਰਕਾਰ ਨੂੰ ਜੋ ਹੈ ਜਿਹੜੇ ਆਪਣੇ ਕੁਝ ਫੈਸਲੇ ਕੀਤੇ ਗਏ ਸੀਗੇ ਐਂਟੀ ਫਾਰਮਰਸ, ਉਹ ਵਾਪਸ ਲੈਣੇ ਪਏ, ਔਰ ਜਿਹਦੇ ਨਾਲ ਇਹ ਅੰਦੋਲਨ ਜਿਹੜਾ ਆ ਠੱਪ ਹੋ ਗਿਆ। ਪਰ ਉਸ ਤੋਂ ਬਾਅਦ ਕੁਝ ਘਟਨਾਵਾਂ ਜਿਹੜੀਆਂ ਹੋਰ ਲਗਾਤਾਰ ਹੁੰਦੀਆਂ ਗਈਆਂ, ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਅਸੀਂ ਗੱਲ ਕਰ ਸਕਦੇ ਹਾਂ, ਗਦਰ ਮੂਵਮੈਂਟ ਦੀ ਗੱਲ ਕਰ ਸਕਦੇ ਹਾਂ। ਗਦਰ ਮੂਵਮੈਂਟ ਜਿਹੜੀ ਹੈ ਅਮਰੀਕਾ ਦੇ ਵਿੱਚ ਜਿਹੜੀ ਹੈ ਸ਼ੁਰੂ ਤੋਂ ਸ਼ੁਰੂ ਹੋਈ ਹੈ, ਦੇ ਵਿੱਚ ਲਾਲਾ ਹਰਦਿਆਲ ਜੀ ਔਰ ਦੂਸਰੇ ਸਾਡੇ ਜਿਹੜੇ ਲੀਡਰ ਸੀਗੇ ਪੰਜਾਬ ਤੋਂ ਔਰ ਬੰਗਾਲ ਤੋਂ ਪੂਰੇ ਹਿੰਦੁਸਤਾਨ ਤੋਂ ਗਏ ਹੋਏ ਸੀਗੇ, ਤਾਂ ਉਹਨਾਂ ਨੇ ਉੱਥੇ ਜਿਹੜੀ ਹੈ ਹਿੰਦੁਸਤਾਨ ਐਸੋਸੀਏਸ਼ਨ ਬਣਾਈ ਹੋਈ ਸੀ ਜਿਹੜੀ, ਔਰ ਉੱਥੋਂ ਵੀ ਇਹ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਸੀਗੇ, ਔਰ ਜਿਸ ਦੇ ਚੱਲਦੇ ਕਿ ਪੰਜਾਬ ਦੇ ਵਿੱਚ ਫਿਰ ਜਦੋਂ ਉਸ ਤੋਂ ਬਾਅਦ ਫਸਟ ਵਰਲਡ ਵਾਰ ਸ਼ੁਰੂ ਹੋ ਗਿਆ ਜੀ,
ਤੇ ਉਹਦੇ ਵਿੱਚ ਵੀ ਪੰਜਾਬੀਆਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ। ਪਰ ਪਹਿਲਾ ਵਿਸ਼ਵ ਯੁੱਧ, ਹਾਂ, ਪਹਿਲਾ ਵਿਸ਼ਵ ਯੁੱਧ ਜਿਹੜਾ ਸੀਗਾ। ਔਰ ਉਸ ਤੋਂ ਬਾਅਦ ਫਿਰ ਜਦੋਂ ਇਹ ਵਿਸ਼ਵ ਯੁੱਧ ਖਤਮ ਹੋ ਗਿਆ ਤੇ ਪੰਜਾਬੀਆਂ ਦੇ ਨਾਲ ਜਾਂ ਭਾਰਤ ਦੇ ਨਾਲ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਕਿ ਅਸੀਂ ਤੁਹਾਨੂੰ ਇਸ ਤਰ੍ਹਾਂ ਕਰ ਦੇਵਾਂਗੇ, ਤਾਂ ਅਸੀਂ ਤੁਹਾਨੂੰ ਆਹ ਫੈਸਿਲਿਟੀ ਦੇਵਾਂਗੇ। ਪਰ ਲਾਲਚ ਕਹਿ ਸਕਦੇ, ਲਾਲਚ ਕਹਿ ਸਕਦੇ ਆ ਜਾਂ ਇੱਕ ਭਰਮ ਕਹਿ ਸਕਦੇ ਆ, ਭਰਮ ਦੀ ਸਥਿਤੀ ਪੈਦਾ ਕੀਤੀ। ਤੋ ਉਸਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਸੀਗੇ ਉਹਨਾਂ ਦਾ ਵੀ ਯੋਗਦਾਨ ਰਿਹਾ। ਪਰ ਜਦੋਂ ਵਿਸ਼ਵ ਯੁੱਧ ਖਤਮ ਹੋਇਆ, ਪਰ ਉਸ ਦੇ ਨਾਲ ਹੀ ਜਿਹੜਾ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਜਿਹੜੇ ਆ ਲਾਗੂ ਕਰ ਦਿੱਤੇ ਗਏ, ਜਿਹਦੇ ਕਰਕੇ ਪੰਜਾਬੀਆਂ ਨੂੰ ਇਸ ਤਰ੍ਹਾਂ ਲੱਗਿਆ ਵੀ ਸਾਡੇ ਨਾਲ ਜਿਹੜਾ ਇੱਕ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ ਗਿਆ, ਧੱਕਾ ਕੀਤਾ ਗਿਆ, ਵਿਸ਼ਵਾਸਘਾਤ ਕੀਤਾ ਗਿਆ, ਔਰ ਅਸੀਂ ਇਸ ਨੂੰ ਬਿਲਕੁਲ ਨਹੀਂ ਸਹਿਣ ਕਰਾਂਗੇ। ਕਿਉਂਕਿ ਇਹ ਯੋਧਿਆਂ ਸ਼ੂਰਵੀਰਾਂ ਦੀ ਧਰਤੀ ਹੈ, ਇਹ ਕਦੀ ਕਿਸੇ ਤੋਂ ਮਤਲਬ ਕਿ ਪਿੱਛੇ ਨਹੀਂ ਹਟਦੇ, ਆਪਣੀ ਕੁਰਬਾਨੀ ਦੇ ਕਦੀ ਨਹੀਂ ਖੜਦੇ। ਪਰ ਜਦੋਂ ਕੋਈ ਵਿਸ਼ਵਾਸਘਾਤ ਇਸ ਤਰ੍ਹਾਂ ਕਰੇ ਤੇ ਉਸਦੇ ਨਾਲ ਫਿਰ ਲੋਕਾਂ ਦੇ ਮਨਾਂ ਵਿੱਚ ਰੋਸ਼ ਪੈਦਾ ਹੋ ਹੀ ਜਾਂਦਾ ਹੈ। ਦੂਸਰਾ ਸੀਗਾ ਕਿ ਅਸੀਂ ਸਰਕਾਰ ਦਾ ਪੱਖ ਦੇਖਦੇ ਹਾਂ। ਸਰਕਾਰ ਦਾ ਪੱਖ ਇਹ ਸੀ ਕਿ ਸਰਕਾਰ ਨੇ ਜੋ ਹੈ, ਜਿਸ ਤਰ੍ਹਾਂ ਮਾਰਸ਼ਲ ਲਾਅ ਜਿਹੜਾ ਪਹਿਲਾਂ ਬਣਾਇਆ ਸੀਗਾ, ਜਿਸ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ ਹੈ, ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਾਵਧਾਨ ਜਿਹੜੇ ਰੱਖੇ ਸੀਗੇ। ਉਹਨਾਂ ਵਿੱਚ ਇਹ ਕਿਹਾ ਗਿਆ ਸੀਗਾ ਕਿ ਕਿਸੇ ਨੂੰ ਵੀ ਅਸੀਂ ਜਿਹੜਾ ਆ ਵਿਦਆਊਟ ਐਨੀ ਟਰਾਇਲ, ਠੀਕ ਹੈ, ਪਕੜ ਸਕਦੇ ਹਾਂ, ਜਾਂ ਵਿਦਆਊਟ ਐਨੀ ਟਰਾਇਲ ਅਸੀਂ ਉਹਨੂੰ ਸਜ਼ਾ ਦੇ ਸਕਦੇ ਹਾਂ। ਤੇ ਉਹਦੇ ਨਾਲ ਪੰਜਾਬੀਆਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਭਾਰੀ ਰੋਸ਼ ਸੀਗਾ। ਪਰ ਕਿਤੇ ਨਾ ਕਿਤੇ ਉਹ ਰੋਸ਼ ਜਿਹੜਾ ਆ ਇੱਕ ਚਿੰਗਾਰੀ ਦੇ ਰੂਪ ਚ ਕੰਮ ਕਰ ਰਿਹਾ ਸੀਗਾ, ਔਰ ਉਹ ਚਿੰਗਾਰੀ ਜਿਹੜੀ ਹੈ ਉਹ ਉਹਨਾਂ ਦੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਸੁਲਗ ਰਹੀ ਸੀ। ਔਰ ਉਸ ਟਾਈਮ ਭੜਕ ਉੱਠੀ ਜਦੋਂ ਉਹਨਾਂ ਨੇ ਸੈਫੂਦੀਨ ਕਿਚਲੂ ਔਰ ਉਹਨਾਂ ਨੂੰ ਜਿਹੜਾ ਫੜ ਕੇ ਜਿਹੜਾ ਆ ਉਹਨਾਂ ਨੇ ਡਿਪੋਰਟ ਕਰਤਾ, ਧਰਮਸ਼ਾਲਾ ਡਿਪੋਰਟ ਕਰਤਾ, ਔਰ ਅੰਮ੍ਰਿਤਸਰ ਦੇ ਵਿੱਚ ਇਹ ਸਾਰਾ ਜਿਹੜਾ ਘਟਨਾਕ੍ਰਮ ਜਿਹੜਾ ਉੱਥੋਂ ਸ਼ੁਰੂ ਹੋ ਗਿਆ। ਮਤਲਬ ਕਹਿ ਲਓ ਵੀ ਉਹ ਚਿੰਗਾਰੀ ਫਿਰ ਭੰਬੜ ਜਾਂ ਬਲਾਸਟ, ਹਾਂ, ਉਹ ਬਲਾਸਟ ਹੋਣ ਦੀ ਸਥਿਤੀ ਵਿੱਚ ਸੀਗਾ। ਔਰ ਦੂਸਰੇ ਪਾਸੇ ਜਿਹੜੇ ਸਰਕਾਰੀ ਅਧਿਕਾਰੀ ਸੀਗੇ, ਖਾਸ ਤੌਰ ਤੇ ਜਲੰਧਰ ਤੋਂ ਜਿਹੜਾ ਇਹ ਜਨਰਲ ਡਾਇਰ ਨੂੰ ਸਪੈਸ਼ਲੀ ਬੁਲਾਇਆ ਗਿਆ ਸੀਗਾ, ਤੇ ਇਹ ਉਹਨਾਂ ਦੇ ਦਿਮਾਗ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੀ ਚੀਜ਼ ਸੀ ਵੀ ਅਸੀਂ ਇਹਨਾਂ ਨੂੰ ਦਰੁਸਤ ਕਰਨਾ ਹੈ, ਠੀਕ ਹੈ ਜੀ। ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਸੀਗੀ ਕਿ ਮੈਂ ਹਰ ਬੰਦੇ ਦੇ ਦਿਮਾਗ ਸੀਗਾ ਕਿ ਮੈਂ ਇਸ ਚੀਜ਼ ਨੂੰ ਠੀਕ ਕਰਾਂ, ਔਰ ਆਪਣੀ ਸ਼ਾਬਾਸ਼ੀ ਲੈਣ ਵਾਸਤੇ, ਆਪਣੀ ਵਾਹ-ਵਾਹੀ ਖੱਟਣ ਵਾਸਤੇ ਉਹਨਾਂ ਨੇ ਜਿਹੜਾ ਬਿਨਾਂ ਸੋਚੇ ਸਮਝੇ ਆਪਣੇ ਕਹਿ ਲਓ ਵੀ ਅਫਸਰਾਂ ਨੂੰ, ਅਕਾਮਾਂ ਨੂੰ ਖੁਸ਼ ਕਰਨ ਵਾਸਤੇ, ਔਰ ਜਿਹੜੇ ਇੰਪੀਰੀਅਲਿਜ਼ਮ ਜਿਹੜਾ ਸੀਗਾ ਉਹਨੂੰ ਹੋਰ ਉੱਚਾ ਕਰਨ ਵਾਸਤੇ ਉਹਨਾਂ ਨੇ ਨਿਹੱਥੇ ਭਾਰਤ ਦੇ ਇਹਨਾਂ ਲੋਕਾਂ ਤੇ ਇਹ ਕਤਲੇਆਮ ਜਿਹੜਾ ਕੀਤਾ, ਔਰ ਜਿਹੜੀ ਕਿ ਪੂਰੇ ਵਿਸ਼ਵ ਦੇ ਵਿੱਚ ਨਿੰਦਾ ਹੋਈ। ਔਰ ਜਿਹੜੇ ਅੰਗਰੇਜ਼ ਕਹਿੰਦੇ ਸੀ, ਹਾਂਜੀ ਅੱਜ ਤੱਕ ਹੋ ਰਹੀ ਹੈ, ਔਰ ਜੋ ਅੰਗਰੇਜ਼ ਸਰਕਾਰ ਕਹਿੰਦੀ ਸੀ ਕਿ ਇਹ ਵਾਈਟ ਮੈਨਸ ਬਰਡਨ ਹੈ ਜਾਂ ਅਸੀਂ ਸਿਵਲਾਈਜ਼ਡ ਵਰਲਡ ਬਣਾਉਣਾ ਚਾਹੁੰਦੇ ਆ, ਇਹ ਉਹਨਾਂ ਦਾ ਇੱਕ ਘਿਨਾਉਣਾ ਚਿਹਰਾ ਸੀਗਾ ਵੀ ਤੁਸੀਂ ਇਸ ਤਰ੍ਹਾਂ ਦੀ ਸਿਵਲਾਈਜੇਸ਼ਨ ਦੇਣਾ ਚਾਹੁੰਦੇ ਹੋ ਦੁਨੀਆ ਨੂੰ, ਠੀਕ ਹੈ। ਇਹ ਤੁਹਾਡਾ ਵਾਈਟ ਮੈਨਸ ਦਾ ਬਰਡਨ ਇਹ ਹੈ ਵੀ ਤੁਸੀਂ ਪੂਰੇ ਦੁਨੀਆ ਦੇ ਲੋਕਾਂ ਨੂੰ ਖਤਮ ਕਰਕੇ ਆਪਣਾ ਰਾਜ ਕਾਇਮ ਕਰਨਾ ਚਾਹੁੰਦੇ ਹੋ। ਸੋ ਪ੍ਰੋਫੈਸਰ ਸਾਹਿਬ, ਇੱਕ ਸਵਾਲ ਮਨ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਜਿਹੜਾ ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਜਨਰਲ ਡਾਇਰ ਨੇ ਵਿਰੋਧ ਕੀਤਾ ਸੀ, ਕੀ ਕਹੀਏ ਆਪਾਂ ਫਿਰ ਇਸ ਅਸੈਸੀਨੇਸ਼ਨ ਦੀ, ਇਸ ਨਸਲਕੁਸ਼ੀ ਆਪਾਂ ਕਹੀਏ, ਨਸਲਕੁਸ਼ੀ ਸੀਗੀ, ਉਹਦੀ ਨੀਂਹ ਰੱਖ ਦਿੱਤੀ ਸੀ। ਇਹ ਜਿਹੜੀ ਨਸਲਕੁਸ਼ੀ ਦੀ ਨੀਮ ਜਿਹੜੀ ਹੈ, ਇਹ ਹਾਲਾਂਕਿ ਪੂਰੇ ਭਾਰਤ ਵਿੱਚ ਕਿਤੇ ਨਾ ਕਿਤੇ ਪਹਿਲਾਂ ਵੀ ਰੱਖੀ ਜਾ ਚੁੱਕੀ ਸੀ। ਜਿਸ ਤਰ੍ਹਾਂ ਸਾਡੇ ਟ੍ਰਾਈਬਲਸ ਜਿਹੜੇ ਸੀਗੇ ਇੱਧਰ ਪੂਰਬੀ ਭਾਰਤ ਦੇ ਵਿੱਚ, ਈਸਟ ਐਂਡ ਸੈਂਟਰਲ ਇੰਡੀਆ ਦੇ ਵਿੱਚ ਸੰਥਲ ਜਿਹੜਾ ਰਿਵੋਲਟ ਸੀਗਾ, ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਰਿਵੋਲਟ ਹੋ ਚੁੱਕੇ ਸੀ। ਔਰ ਉਹਦੇ ਵਿੱਚ ਨਸਲਕੁਸ਼ੀ ਜਾਂ ਇਹਨਾਂ ਨੂੰ ਜਿਹੜਾ ਅਸੈਸੀਨੇਸ਼ਨ ਦਾ ਸਿਲਸਿਲਾ ਪਹਿਲਾਂ ਹੀ ਚੱਲ ਰਿਹਾ ਸੀਗਾ। ਪਰ ਇਹ ਵੱਡੇ ਤੌਰ ਤੇ ਜਿਹੜਾ ਅਸੈਸੀਨੇਸ਼ਨ ਜਿਹੜਾ ਸੀਗਾ ਨਿਹੱਥੇ ਲੋਕਾਂ ਤੇ ਬਿਨਾਂ ਕਿਸੇ ਕਾਰਨ, ਔਰ ਸਿਰਫ ਇੱਕ ਆਪਣੀ ਜਿਹੜੀ ਆ ਇੱਕ ਈਗੋ ਨੂੰ ਸ਼ਾਂਤ ਕਰਨ ਵਾਸਤੇ ਇਹ ਪ੍ਰੈਸਟੀਜ ਇਸ਼ੂ ਬਣਾ ਲਿਆ ਗਿਆ। ਮਤਲਬ ਅੰਗਰੇਜ਼ਾਂ ਨੂੰ, ਬ੍ਰਿਟਿਸ਼ ਨੂੰ, ਫਿਰੰਗੀਆਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਦਬਾਉਣ ਦਾ ਭਾਰਤੀਆਂ ਨੂੰ, ਪੰਜਾਬੀਆਂ ਨੂੰ ਇੱਕੋ ਹੀ ਤਰੀਕਾ ਹੈ, ਗੋਲੀ ਜੀ। ਸੋ ਮਤਲਬ ਅੱਛਾ, ਤੇ ਇਹ ਫਿਰ ਜਦੋਂ ਹੋ ਗਿਆ ਸੀਗਾ, ਹਾਲਾਂਕਿ ਜਿਹੜੇ ਉਸ ਟਾਈਮ ਦੇ ਵਾਇਸਰਾਏ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਅਪੋਜ਼ ਕੀਤਾ ਸੀ। ਵਾਇਸਰਾਏ ਦੀ ਕੌਂਸਲ ਵਿੱਚ ਇਸ ਨੂੰ ਅਪੋਜ਼ ਕੀਤਾ ਗਿਆ, ਪਰ ਬਹੁਤ ਸਾਰੇ ਜਿਹੜੇ ਮੈਂਬਰ ਸੀਗੇ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਸੀਗੇ ਕਿ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਹੈ। ਔਰ ਇੰਗਲੈਂਡ, ਦੂਸਰੀ ਤਰਫ ਇੰਗਲੈਂਡ ਦੇ ਵਿੱਚ ਵੀ ਲੋਕਾਂ ਨੇ ਲੱਖਾਂ ਰੁਪਏ ਇਕੱਠਾ ਕਰਕੇ ਜਨਰਲ ਡਾਇਰ ਨੂੰ ਜਿਹੜਾ ਆ ਉਹ ਇੱਕ ਦਿੱਤਾ ਸੀਗਾ ਕਿ ਉਹਨੂੰ ਹੀ ਹੈਜ਼ ਸੇਵਡ ਦਾ ਐਮਪਾਇਰ। ਹਾਂ, ਹੀ ਹੈਜ਼ ਸੇਵਡ ਦਾ ਐਮਪਾਇਰ। ਅੱਛਾ, ਉਸਨੇ ਸਾਡਾ ਐਮਪਾਇਰ ਜਿਹੜਾ ਆ ਉਹ ਬਚਾ ਲਿਆ। ਜੀ।
ਤੇ ਆਪਣਾ ਰੂਲਰ ਐਕਟ ਦਾ ਕੀ ਰੋਲ ਰਿਹਾ ਸੀ ਇਸ ਸਾਰੇ ਆਪਾਂ ਕਹੀਏ ਕਤਲੇਆਮ ਰਿਵਾਲਟ ਐਕਟ ਜਿਹੜਾ ਸੀਗਾ ਇਹ ਇੱਕ ਕਾਲਾ ਕਾਨੂੰਨ ਸੀਗਾ ਕਿ ਜਿਹੜਾ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ 1914 ਤੋਂ ਬਾਅਦ ਜਦੋਂ ਬਹੁਤ ਸਾਰੇ ਭਾਰਤੀ ਲੋਕਾਂ ਨੂੰ ਵਰਲਡ ਵਾਰ 1 ਦੇ ਵਿੱਚ ਬੜੇ ਦੁਰਗਮ ਸਥਾਨਾਂ ਤੇ ਭੇਜਣਾ ਸੀਗਾ ਤੇ ਉਹਨਾਂ ਨੇ ਬੜੇ ਮਿੱਠੇ ਮਿੱਠੇ ਵਾਅਦੇ ਕੀਤੇ ਗਏ ਵੀ ਅਸੀਂ ਤੁਹਾਨੂੰ ਆਹ ਫੈਸਿਲਿਟੀ ਦੇ ਦੇਵਾਂਗੇ। ਜਿਸ ਤਰ੍ਹਾਂ ਪਹਿਲਾਂ ਜਿਹੜੀ ਹੈ ਤਿਲਕ ਜੀ ਜਾਂ ਹੋਰ ਸਾਡੇ ਜਿਹੜੇ ਨੈਸ਼ਨਲ ਲੀਡਰ ਸੀਗੇ ਉਹਨਾਂ ਨੇ ਕਿਹਾ ਵੀ ਚਲੋ ਠੀਕ ਹੈ ਵੀ ਇਸ ਟਾਈਮ ਜਿਹੜਾ ਦੁਨੀਆ ਜਿਹੜੀ ਹੈ ਯੁੱਧ ਦੀ ਅੱਗ ਵਿੱਚ ਸੜ ਰਹੀ ਹੈ ਕਿ ਚਲੋ ਭਾਰਤੀਆਂ ਨੂੰ ਵੀ ਇਹਦੇ ਵਿੱਚ ਭੇਜਾਂਗੇ ਤਾਂ ਕੋਈ ਏਡੀ ਗੱਲ ਨਹੀਂ, ਪਰ ਫਿਰ ਵੀ ਉਸ ਤੋਂ ਬਾਅਦ ਉਹਨਾਂ ਨੇ ਜੋ ਵਿਸ਼ਵਾਸਘਾਤ ਜਿਹੜਾ ਕੀਤਾ, ਉਹ ਵਾਅਦੇ ਜਿਹੜੇ ਕੀਤੇ, ਝੂਠੇ ਵਾਅਦੇ ਕੀਤੇ, ਔਰ ਉਹਨਾਂ ਦੇ ਉਸ ਦੇ ਕਰਕੇ ਜਿਹੜਾ ਆ ਇਹ ਜਿਹੜਾ ਰਿਵੋਲਟ ਐਕਟ ਜਿਹੜਾ ਬਣਾਇਆ ਗਿਆ, ਇਹਦੇ ਵਿੱਚ ਇਹ ਸੀਗਾ ਕਿ ਜਿਹੜੇ ਵੀ ਇੰਡੀਅਨਸ ਹੋਣਗੇ ਉਹਨਾਂ ਨੂੰ ਅਸੀਂ ਬਿਨਾਂ ਕਿਸੇ ਟ੍ਰਾਇਲ ਤੋਂ ਅਸੀਂ ਅਰੈਸਟ ਕਰ ਸਕਦੇ ਹਾਂ, ਉਹਨੂੰ ਅਸੀਂ ਜਿਹੜਾ ਹੈਗਾ ਆਪਾਂ ਫਿਰ ਕਿਨੂੰ ਨਾਦਰਸ਼ਾਹੀ ਫਰਮਾਨ ਹੀ ਕਵਾਂਗੇ, ਤੁਗਲਕੀ ਫਰਮਾਨ ਜਿਹਨੂੰ ਆਪਾਂ ਕਹਿੰਦੇ ਹਾਂ, ਹਿਟਲਰ ਵਾਲਾ ਡਿਸੀਜਨ ਵੀ ਜੋ ਅਸੀਂ ਕਹਤੇ ਉਹ ਹੋਏਗਾ। ਬਿਲਕੁਲ ਸਹੀ ਗੱਲ ਹੈ ਜੀ, ਇਸੇ ਤਰ੍ਹਾਂ ਦੇ ਫਰਮਾਨ। ਇੱਕ ਬੜਾ ਅਹਿਮ ਸਵਾਲ ਹੁਣ ਮੈਂ ਆਪ ਜੀ ਨੂੰ ਕਰਨ ਜਾ ਰਿਹਾ ਜੀ ਜੀ, ਅੱਜ ਤੱਕ ਚਰਚਾ ਹੁੰਦੀ ਹੈ, ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੁੰਦਾ ਹੈ। ਜੀ ਜੀ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇਤਾ ਨੇ ਪੰਜਾਬ ਦੇ ਬਿਕਰਮਜੀਤ ਸਿੰਘ ਮਜੀਠੀਆ, ਜੀ ਜੀ, ਉਹਨਾਂ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਨੇ ਜਨਰਲ ਡਾਇਰ ਨੂੰ ਇਸ ਘਟਨਾ ਤੋਂ ਬਾਅਦ ਘਰੇ ਬੁਲਾ ਕੇ ਰੋਟੀ ਖਵਾਈ ਸੀ। ਜੀ ਜੀ, ਕਿੰਨਾ ਕੁ ਸੱਚ ਹੈ? ਇਸ ਦੇ ਵਿੱਚ ਸੱਚ ਵੀ ਹੈ ਕਿ ਇਹ ਘਟਨਾ ਜਿਹੜੀ ਹੈ ਇਹ ਹੋਈ ਸੀ, ਔਰ ਇਹ ਜਿਹੜਾ ਹੋ ਸਕਦਾ ਹੈ ਕਿ ਉਹਨਾਂ ਦਾ ਜਿਹੜਾ ਇਹ ਇੱਕ ਪ੍ਰੋਗਰਾਮ ਜੋ ਸੀਗਾ ਲਿਖਿਆ ਗਿਆ ਸੀ, ਹੋ ਸਕਦਾ ਹੈ ਇਸ ਘਟਨਾ ਹੋਣ ਤੋਂ ਪਹਿਲਾਂ ਦਾ ਸੀਗਾ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਉਸ ਦਿਨ ਇਹ ਘਟਨਾ ਵਾਪਰਨੀ ਹੈ। ਹੋ ਸਕਦਾ ਹੈ ਉਹਨਾਂ ਨੂੰ ਇਹ ਵੀ ਨਾ ਪਤਾ ਹੋਵੇ ਵੀ ਇਹ ਘਟਨਾ ਜਿਹੜੀ ਹੈ ਇਹ ਇਸ ਦੇ ਪਿੱਛੇ ਉਹਨਾਂ ਦਾ ਅੱਜ ਜਿਹੜਾ ਹੈਗਾ ਇਹ ਹੋਣ ਜਾ ਰਹੀ ਹੈ। ਮਤਲਬ ਕੀ ਕਹੋਗੇ ਕਿ ਉਹ ਅੰਗਰੇਜ਼ਾਂ ਦੇ ਕੀ ਕਹੀਏ ਆਪਾਂ, ਉਹਨਾਂ ਨਾਲ ਦੋਸਤੀ ਸੀ, ਉਹਨਾਂ ਦੀ ਅਧੀਨਤਾ ਸਵੀਕਾਰ ਕਰ ਚੁੱਕੇ ਸੀ, ਕੀ ਸੀ ਮਜੀਠੀਆ ਫੈਮਿਲੀ? ਅਸੀਂ ਇਹ ਕਹਿ ਸਕਦੇ ਹਾਂ ਕਿ ਦੋਸਤੀ ਦਾ ਦੇਖੋ ਸਾਰੇ ਰਾਜੇ ਮਹਾਰਾਜਿਆਂ ਦੀ ਜਾਂ ਵੱਡੇ ਜਿਹੜੇ ਸਾਡੇ ਫਿਊਡਲ ਲਾਰਡਸ ਜਿਹੜੇ ਉਸ ਟਾਈਮ ਸੀਗੇ ਉਹਨਾਂ ਦੀ ਅੰਗਰੇਜ਼ਾਂ ਨਾਲ ਸੀਗੀ। ਦੇਖੋ ਸਰਕਾਰ ਦੀ ਦੋਸਤੀ, ਖੁੱਲ ਕੇ ਪ੍ਰੋਫੈਸਰ ਆਪ ਖੁੱਲ ਕੇ ਜਵਾਬ ਚਾਹਾਂਗਾ, ਉਹ ਦੋਸਤ ਸੀ ਕਿ ਉਹਨਾਂ ਦੀ ਅਧੀਨਤਾ ਸਵੀਕਾਰ ਕਰ ਲਈ ਸੀ? ਨਹੀਂ, ਅਸੀਂ ਅਧੀਨਤਾ ਨਹੀਂ ਪੂਰੀ ਤਰ੍ਹਾਂ ਕਹਿ ਸਕਦੇ ਕਿਉਂਕਿ ਜਿਹੜੀ ਦੇਖੋ ਮੌਕੇ ਤਾਂ ਹੀ ਉਹਨਾਂ ਦੀਆਂ ਰਿਆਸਤਾਂ ਬਚ ਗਈਆਂ ਸੀਗੀਆਂ ਮੌਕੇ ਦੀ। ਹਾਂ, ਮੈਂ ਤੁਹਾਨੂੰ ਇਹੀ ਦੱਸਣ ਲੱਗਾ ਕਿ ਮੌਕੇ ਦੀ ਜਿਹੜੀ ਸਰਕਾਰ ਹੁੰਦੀ ਹੈ, ਕਿਉਂਕਿ ਇਹ ਇੱਕ ਇੰਪੀਰੀਅਲਿਸਟਿਕ ਡਿਜ਼ਾਈਨ ਸੀ ਸਾਰਾ, ਉਹਦੇ ਵਿੱਚ ਭਾਰਤ ਦੇ ਵਿੱਚ ਬਹੁਤ ਸਾਰੀਆਂ ਰਿਆਸਤਾਂ ਸੀਗੀਆਂ, ਜਿਹਦੇ ਪਟਿਆਲਾ ਸੀ, ਨਾਭਾ ਸੀ, ਜਾਂ ਹੋਰ ਬਹੁਤ ਸਾਰੀਆਂ ਰਿਆਸਤਾਂ, ਕਪੂਰਥਲਾ ਸੀ, ਉਹ ਅਧੀਨਤਾ ਸਵੀਕਾਰ ਉਹਨਾਂ ਨੇ ਆਲਰੇਡੀ ਕੀਤੀ ਹੋਈ ਸੀ। ਸੁਬਆਰਡੀਨੇਟਸ ਅਸੀਂ ਉਹਨੂੰ ਕਹਿ ਸਕਦੇ ਹਾਂ। ਠੀਕ ਹੈ, they were the subordinates and tribute paying kings ਆਪਾਂ ਕਹਿ ਸਕਦੇ ਹਾਂ। ਠੀਕ ਹੈ, ਪਰ ਇਸ ਤਰ੍ਹਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੂਰੀ ਤਰ੍ਹਾਂ ਨਾਲ ਵੀ ਉਹਨਾਂ ਨੇ ਉਹਨਾਂ ਨੂੰ ਖਾਣਾ ਖਿਲਾਇਆ। ਠੀਕ ਹੈ, ਖਿਲਾਇਆ ਹੋਵੇਗਾ ਸਾਰਾ, ਹੋਰ ਬਹੁਤ ਵੱਡੇ ਵੱਡੇ ਰਾਜੇ ਕਰਦੇ। ਹੋ ਸਕਦਾ ਉਹ ਉਸ ਟਾਈਮ ਉਹਨਾਂ ਦਾ ਪ੍ਰੋਗਰਾਮ ਕਿਤੇ ਮਹਾਰਾਜਾ ਪਟਿਆਲਾ ਦੇ ਘਰ ਹੁੰਦਾ ਜਾਂ ਮਹਾਰਾਜਾ ਨਾਭਾ ਦੇ ਘਰ ਹੁੰਦਾ, ਉਹਨਾਂ ਨੇ ਵੀ ਹਾਈਲਾਈਟ ਹੋ ਜਾਣਾ ਸੀਗਾ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਪ੍ਰੋਗਰਾਮ ਜਿਹੜੇ ਉਹਨਾਂ ਦੇ ਜਿਹੜੇ ਆਪਾਂ ਅਸੀਂ ਕਿਹਾ, ਮੈਂ ਵਿੱਚ ਉਹਦਾ ਗੱਲ ਕੋਈ ਨਹੀਂ, ਜਿਹੜੇ ਇਹਨਾਂ ਦੇ ਰਿਲੇਸ਼ਨ ਜਿਹੜੇ ਸੀਗੇ ਇਹ ਇੱਕ ਤਰ੍ਹਾਂ ਦੇ ਨਾਲ ਰਾਜਾ ਔਰ ਸੁਬਆਰਡੀਨੇਟਸ ਵਾਲੇ ਰਿਲੇਸ਼ਨ ਹਮੇਸ਼ਾ ਰਹੇ ਆ ਇਹਨਾਂ ਦੇ ਆਪਸ ਦੇ ਵਿੱਚ, ਔਰ ਉਹ ਵੀ ਇਸੇ ਪੋਜੀਸ਼ਨ ਸੀਗੇ ਜਿਹੜੇ ਮਜੀਠੀਆ ਸਾਹਿਬ। ਅੱਛਾ, ਇਹ ਕੋਈ ਸਾਨੂੰ ਇਤਿਹਾਸ 'ਚ ਕੋਈ ਸਾਡੇ ਕੋਈ ਇਹੋ ਜਿਹੇ ਪ੍ਰਮਾਣ ਮਿਲਦੇ ਨੇ ਕਿ ਸਤਿਆਜੀਤ ਸਿੰਘ ਜਿਹੜੇ ਮਜੀਠੀਆ ਹੁਣੀ ਨੇ, ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਬਿਲਕੁਲ ਨਹੀਂ ਪਤਾ ਸੀਗਾ ਕਿ ਇਹ ਕੁਝ ਕਰਨ ਜਾ ਰਹੇ ਨੇ ਅੰਮ੍ਰਿਤਸਰ ਅੰਗਰੇਜ਼, ਕਿ ਇਹ ਚਰਚਾਵਾਂ ਹੀ ਨੇ? ਨਹੀਂ, ਇਹਦਾ ਕੋਈ ਪ੍ਰਮਾਣ, ਇਹਦਾ ਪ੍ਰਮਾਣ ਤਾਂ ਨਹੀਂ ਹੈ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਬਿਲਕੁਲ ਉਸ ਦੇ ਨਾਮ ਪਤਾ ਲੱਗਿਆ, ਹੋ ਸਕਦਾ ਪਤਾ ਲੱਗ ਚੁੱਕਾ ਹੋਵੇ ਇਸ ਘਟਨਾ ਦਾ। ਪਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਆਕਾ ਤੇ ਆਕਾ ਹੀ ਹੁੰਦਾ ਹੈ, ਹਨਾ, ਪਿਓ ਹੀ ਹੁੰਦਾ। ਹਾਂਜੀ, ਠੀਕ ਹੈ, ਤੇ ਠੀਕ ਹੈ। ਅੱਛਾ, ਫਿਰ ਉਸ ਤੋਂ ਬਾਅਦ ਇੱਕ ਸਵਾਲ ਹੋਰ, ਉਹ ਕੰਟਰੋਵਰਸੀ ਜਿਹੜੀ ਖੜੀ ਹੁੰਦੀ ਹੈ, ਵਿਵਾਦ, ਦਰਬਾਰ ਸਾਹਿਬ ਬੁਲਾ ਕੇ ਫਿਰੰਗੀ ਅਫਸਰਾਂ ਨੂੰ ਸਿਰੋਪਾ ਸਾਹਿਬ ਭੇਂਟ ਕੀਤੇ ਗਏ ਸੀਗੇ, ਉਹ ਭੇਂਟ ਕਰਨ ਦਾ ਉਹਨਾਂ ਦਾ ਉਸ ਵੇਲੇ ਮਕਸਦ ਕੀ ਸੀ? ਉਸ ਵੇਲੇ ਮਕਸਦ ਜਿਹੜਾ ਸੀਗਾ, ਕਿਉਂਕਿ ਦੇਖੋ ਜਿਹੜੀ ਉਸ ਟਾਈਮ ਹਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹਜੇ ਹੋਂਦ ਵਿੱਚ ਨਹੀਂ ਆਈ ਸੀ, ਔਰ 1920 ਤੋਂ ਬਾਅਦ ਜਿਹੜੇ ਹੈ ਸਾਡੇ ਗੁਰਦੁਆਰਾ ਰਿਫਾਰਮ ਮੂਵਮੈਂਟ ਜਿਹੜੀ ਹੈ ਪੰਜਾਬ ਚੱਲੀ ਹੈ, ਗੁਰਦੁਆਰਾ ਸੁਧਾਰ ਬੜੇ ਵੱਡੇ ਪੱਧਰ ਤੇ ਚੱਲੀ ਹੈ। ਇਹਦੇ ਵਿੱਚ ਸੈਂਕੜੇ ਸਿੱਖ ਜਿਹੜੇ ਹੈ ਸਾਡੇ ਪੰਜਾਬੀ, ਐਸਜੀਪੀਸੀ 1925 ਚ ਬਣੀ ਹੈ, 25 ਚ ਬਣੀ ਹੈ, ਔਰ ਉਸ ਟਾਈਮ ਜਿਹੜਾ ਕੰਟਰੋਲ ਸੀ ਬਹੁਤ ਸਾਰਾ ਮਹੰਤਾਂ ਦੇ ਹੱਥ ਵਿੱਚ ਸੀਗਾ, ਔਰ ਉਹ ਮਹੰਤਾਂ ਤੋਂ ਰਿਲੀਜ਼ ਕਰਾਉਣ ਵਾਸਤੇ ਨਾ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਪੂਰੀ ਵਾਹ ਪੇਸ਼ ਲਾਈ। ਤਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਨਾਮ ਜਾਂਦਾ ਹੈ ਸਿਮਰਨਜੀਤ ਸਿੰਘ ਮਾਨ ਦੇ ਨਾਨੇ ਨੇ ਕੀਤਾ ਸੀ ਇਹ ਕੰਮ, ਵੀ ਉਹ ਆਪੂ ਬਣੇ ਹੋਏ ਜਿਹੜੇ
ਸੈਲਫ ਡਿਸੀਜਨ ਮੇਕ ਪ੍ਰੈਜ਼ੀਡੈਂਟ ਸੀਗੇ ਉੱਥੇ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਐਸਜੀਪੀਸੀ ਨੂੰ ਲੈ ਕੇ। ਹਾਂ, ਇਹ ਮੈਂ ਉਹੀ ਗੱਲ ਕਰ ਰਿਹਾ ਕਿ ਦੇਖੋ ਅਥਾਰਟੀ ਦੇ ਸਾਹਮਣੇ ਤਾਂ ਹਰ ਬੰਦਾ ਝੁਕਦਾ ਹੈ, ਠੀਕ ਹੈ ਨਾ। ਔਰ ਉਸ ਟਾਈਮ ਅੰਗਰੇਜ਼ ਅਥਾਰਟੀ ਸੀਗੇ, ਔਰ ਹੋ ਸਕਦਾ ਉਹਨਾਂ ਤੇ ਕੋਈ ਪ੍ਰੈਸ਼ਰ ਰਿਹਾ ਹੋਵੇ। ਹਾਲਾਂਕਿ ਹੁਣ ਤਰਕ ਪਤਾ ਕੀ ਦੇ ਰਹੇ ਨੇ, ਜੀ। ਮਾਨ ਦੀ ਗੱਲ ਕਰ ਲਈਏ, ਸਿਮਰਨਜੀਤ ਸਿੰਘ ਮਾਨ ਦੀ ਜਾਂ ਹੋਰ ਉਹਨਾਂ ਦੇ ਜਿਹੜੇ ਕਹਿ ਲਓ ਵੀ ਹਿਮਾਇਤੀ ਨੇ, ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਸਾਡੇ ਤੇ ਅਤਿਆਚਾਰ ਛੱਡੋ ਪੰਜਾਬੀਆਂ ਤੋਂ, ਸਾਡੇ ਬਜ਼ੁਰਗਾਂ ਨੇ ਇਹ ਕਿਹਾ ਸੀ, ਤੇ ਸਿੱਖ ਬਣ ਜਾਓ। ਇਹ ਜਵਾਬ ਸਹੀ ਲੱਗਦਾ ਜਾਂ ਉਹ ਆਪਣੇ ਆਪ ਨੂੰ ਬਚਾ ਰਹੇ ਨੇ? ਨਹੀਂ, ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਕਿਹਾ ਸੀ ਸਿੱਖ ਬਣ ਜਾਓ, ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਹ ਕਿਹਾ ਹੋ ਸਕਦਾ ਕਿ ਤੁਸੀਂ ਅੰਗਰੇਜ਼ਾਂ ਦੇ ਮਨ 'ਚ ਇਹ ਹੋ ਸਕਦਾ ਵੀ ਚਲੋ ਅਸੀਂ ਜੇ ਗਲਤੀ ਸਾਡੇ ਕੋਲ ਹੋ ਗਈ ਹੈ, ਜਿਹੜਾ ਅਸੀਂ ਅਤਿਆਚਾਰ ਕੀਤਾ, ਭੁੱਲ ਬਖਸ਼ਾ ਲਈਏ, ਇਹਨੂੰ ਥੋੜਾ ਭੁੱਲ ਬਖਸ਼ਾ ਲਈਏ, ਔਰ ਇਹਨੂੰ ਥੋੜਾ ਜਿਹਾ ਲੋਕਾਂ ਦੇ ਮਾਈਂਡ ਦੇ ਵਿੱਚ ਇੱਕ ਥੋੜਾ ਜਿਹਾ ਸੌਫਟ ਕਾਰਨਰ ਬਣਾਉਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਲੋਕ ਜਿਹੜੇ ਆ ਕੁਝ ਗੁੱਸਾ ਠੰਡਾ ਹੋ ਜਾਵੇ ਜਾਂ ਇਸ ਤਰ੍ਹਾਂ ਦਾ ਕੁਝ ਉਹਨਾਂ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇੱਕ ਸਵਾਲ ਹੋਰ, ਕੀ ਇਸ ਨੂੰ ਜਿਵੇਂ ਤੁਸੀਂ ਦੱਸਿਆ ਵੀ ਇਹ ਸਾਜ਼ਿਸ਼ ਬੜੀ ਪਹਿਲਾਂ ਹੋਣੀ ਸ਼ੁਰੂ ਹੋ ਗਈ ਸੀ, ਗੱਲਬਾਤ ਰਾਹੀਂ ਸਾਡੇ ਨੇਤਾਵਾਂ ਨੇ ਜਾਂ ਅੰਗਰੇਜ਼ਾਂ ਨੇ ਕਦੀ ਟਾਲਣ ਦੀ ਕੋਸ਼ਿਸ਼ ਨਹੀਂ ਕੀਤੀ? ਟਾਲਿਆ ਜਾ ਸਕਦਾ ਸੀ ਇਹ ਨਰਸੰਹਾਰ? ਇਹ ਨਰਸੰਹਾਰ ਟਾਲਿਆ ਜਾ ਸਕਦਾ ਸੀ, ਪਰ ਜਦੋਂ ਇੱਕ ਇੰਡੀਵਿਜੂਅਲ ਮਾਈਂਡ ਦੀ ਅਸੀਂ ਗੱਲ ਕਰੀਏ, ਅਸੀਂ ਜਦੋਂ ਇੱਕ ਗਰੁੱਪ ਦੀ ਗੱਲ ਕਰਦੇ ਹਾਂ, ਪੰਜਾਬ ਉਸ ਟਾਈਮ ਜਦੋਂ ਜਿਹੜੇ ਪੰਜਾਬ ਦੇ ਗਵਰਨਰ ਸੀ ਉਹਨਾਂ ਦੀ ਗੱਲ ਕਰਦੇ ਹਾਂ, ਹੋ ਸਕਦਾ ਉਹਨਾਂ ਦੇ ਦਿਮਾਗ 'ਚ ਨਾ ਹੋਵੇ, ਪਰ ਜਿਹੜਾ ਜਨਰਲ ਡਾਇਰ ਸੀਗਾ ਉਹਦੇ ਦਿਮਾਗ 'ਚ ਇਹ ਇੱਕਦਮ ਆ ਗਿਆ ਹੋਵੇ ਕਿ ਜਿਹੜੀ ਜੇ ਇੱਥੇ ਇੱਕ ਜਲਸਾ ਹੋ ਰਿਹਾ ਤੇ ਉਹਦੇ ਦਿਮਾਗ 'ਚ ਸੀ ਵੀ ਸ਼ਾਇਦ ਇਹ ਜਲਸਾ ਤਾਂ ਹੋ ਰਿਹਾ ਕਿ ਸ਼ਹਿਰ ਦੇ ਵਿੱਚ ਕੁਝ ਨਾ ਕੁਝ ਆਗਜ਼ਨੀ ਘਟਨਾਵਾਂ ਜਿਹੜੀਆਂ ਹੋਰ ਵੱਧ ਸਕਦੀਆਂ, ਠੀਕ ਹੈ। ਉਸਨੇ ਉਸ ਚੀਜ਼ ਨੂੰ ਦਬਾਉਣ ਵਾਸਤੇ ਜਾਂ ਉਸਦੇ ਦਿਮਾਗ 'ਚ ਇਹ ਆਇਆ ਕਿ ਮੈਂ ਜਿਹੜਾ ਆ ਐਮਪਾਇਰ ਨੂੰ ਜਿਹੜਾ ਆ ਆਪਣੇ ਅਕਾਵਾਂ ਨੂੰ ਇਹ ਦੱਸਣ ਵਾਸਤੇ ਕਿ ਦੇਖੋ ਮੈਂ ਕਿੰਨਾ ਵੱਡਾ ਜਿਹੜਾ ਕਾਂਡ ਹੋਣ ਤੋਂ ਜਾਂ ਕੋਈ ਆਗਜ਼ਨੀ ਹੋਣ ਤੋਂ ਬਚਾ ਲਿਆ, ਠੀਕ ਹੈ। ਅਦਰਵਾਈਜ਼ ਇਹ ਅੱਗ ਜਿਹੜੀ ਆ ਪੂਰੇ ਪੰਜਾਬ ਜਾਂ ਪੂਰੇ ਹਿੰਦੁਸਤਾਨ 'ਚ ਫੈਲ ਸਕਦੀ ਸੀ। ਬਿਲਕੁਲ। ਤੇ ਇਹ ਚੀਜ਼ ਉਹਦੇ ਦਿਮਾਗ 'ਚ ਹੋ ਸਕਦੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਇੱਕ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਅਸੀਂ ਇਹਨੂੰ ਜ਼ਿਆਦਾ ਮੰਨਦੇ ਹਾਂ। ਸੋ ਪ੍ਰੋਫੈਸਰ ਡਾਕਟਰ ਰਾਜੇਸ਼ ਚੰਦਰ ਹੋਣਾ ਨੇ ਜਿਹੜੀ ਇਹ ਕਿਤਾਬ ਲਿਖੀ ਹੈ ਜਲਿਆਂਵਾਲਾ ਬਾਗ ਕਤਲੇਆਮ ਦੇ 100 ਸਾਲ 1919 ਤੋਂ 2019 ਤੱਕ, ਇਹਦੇ 'ਚ ਉਹ ਸਾਰਾ ਇਤਿਹਾਸ ਕਿ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੀ ਘਟਨਾਕ੍ਰਮ ਸੀ, ਉਸ ਤੋਂ ਬਾਅਦ ਕੀ ਘਟਨਾਕ੍ਰਮ ਹੋਏ। ਇੱਕ ਤਾਂ ਇਹਦੇ 'ਚ ਵਿਲੱਖਣ ਕਾਰਜ ਕੀ ਕੀਤਾ ਗਿਆ ਕਿ 13 ਅਪ੍ਰੈਲ 1919 ਨੂੰ ਜਿਹੜੇ ਸਾਡੇ ਪੰਜਾਬੀ ਭਾਰਤੀ ਲੋਕ ਜਿਹੜੇ ਮਾਰੇ ਗਏ ਸੀ, ਨਿਹੱਥੇ ਬੇਕਸੂਰ ਸ਼ਹੀਦ ਹੋ ਗਏ ਸੀ, ਕੱਲੇ ਕੱਲੇ ਦਾ ਨਾਮ ਤੇ ਉਹਨਾਂ ਦਾ ਪਤਾ ਵੀ ਇਸ ਕਿਤਾਬ ਦੇ ਵਿੱਚ ਡਾਕਟਰ ਸਾਹਿਬ ਨੇ ਜਿਹੜਾ ਹੈਗਾ ਉਹ ਛਾਪਿਆ, ਪ੍ਰਕਾਸ਼ਿਤ ਕੀਤਾ ਹੈਗਾ। ਬੜਾ ਇਹਨਾਂ ਨੇ ਇਹ ਤੱਥ ਜਿਹੜੇ ਹੈਗੇ ਨੇ ਸਹੇਜ ਕੇ ਲਿਆਂਦੀ ਹੈ ਸੂਚੀ ਇਹ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ ਤਾਂ ਜਿਹੜੀਆਂ ਹੋਰ ਵੱਡੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਵਾਪਰੀਆਂ ਸੀ, 464 ਬੰਦਿਆਂ ਦੀ ਸੂਚੀ ਤਾਂ ਬੁੱਕ ਦੇ ਵਿੱਚ ਛਪੀ ਹੋਈ ਹੈ। ਉਸ ਤੋਂ ਬਾਅਦ ਜਿਹੜੇ ਹੋਰ ਕੇਸ ਸੀਗੇ ਜਿਹਦੇ ਵਿੱਚ ਸਾਡੇ ਆਪਣਾ ਦੇਸ਼ ਭਗਤਾਂ ਨੂੰ ਕਮਾਂ, ਆਜ਼ਾਦੀ ਘੁਲਾਟੀਆਂ ਨੂੰ ਕਮਾਂ ਸਜ਼ਾਵਾਂ ਦਿੱਤੀਆਂ ਗਈਆਂ ਸੀਗੀਆਂ, ਜਿਵੇਂ ਅੰਮ੍ਰਿਤਸਰ ਸਾਜ਼ਿਸ਼ ਕੇਸ, ਉਸ ਤੋਂ ਬਾਅਦ ਨੈਸ਼ਨਲ ਬੈਂਕ ਅੰਮ੍ਰਿਤਸਰ ਦਾ ਡਾਕਾ, 2 ਯੂਰੋਪੀਅਨਸ ਦੀ ਹੱਤਿਆ ਅਤੇ ਲੱਖਾਂ ਦੀ ਲੁੱਟ, ਉਸ ਵੇਲੇ ਲੱਖਾਂ ਦੀ ਲੁੱਟ ਜਿਹੜਾ, ਫਿਰ ਨੈਸ਼ਨਲ ਬੈਂਕ ਅੰਮ੍ਰਿਤਸਰ ਲੁੱਟ ਕੇਸ ਜਿਹਦੇ ਸਜ਼ਾ ਮਿਲੀ ਭਾਰਤੀਆਂ ਨੂੰ, ਅਲਾਇੰਸ ਬੈਂਕ ਹੱਤਿਆ ਕੇਸ ਅੰਮ੍ਰਿਤਸਰ, ਯੂਰਪੀ ਮੈਨੇਜਰ ਦੀ ਹੱਤਿਆ, ਚਾਰਟਰ ਬੈਂਕ ਅੰਮ੍ਰਿਤਸਰ ਕੇਸ, ਕੁਮਾਰੀ ਸ਼ੇਰਵੁੱਡ ਦੀ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ, ਲੜਕੀਆਂ ਦਾ ਨਾਰਮਲ ਸਕੂਲ ਅੰਮ੍ਰਿਤਸਰ ਨੂੰ ਅੱਗ ਲਾਉਣ ਦੇ ਮਾਮਲੇ 'ਚ ਮਿਲੀ ਸਜ਼ਾ, ਪੁਲਿਸ ਨੂੰ ਗੁੰਮਰਾਹ ਤੇ ਬਹਿਕਾਉਣ ਦੀ ਕੋਸ਼ਿਸ਼ ਵਿੱਚ ਫੜੇ ਗਏ ਭਾਰਤੀਆਂ ਨੂੰ, ਪੰਜਾਬੀਆਂ ਨੂੰ ਸਜ਼ਾ, ਗੰਗੇ ਪੁਲ ਕੇਸ, ਸਾਰਜੈਂਟ ਰੋਲਡਰ ਦਾ ਮਰਡਰ, ਗਾਰਡ ਰੋਬਿਨਸ ਦੀ ਹੱਤਿਆ ਅੰਮ੍ਰਿਤਸਰ, ਤਾਰਘਰ ਕੇਸ ਤੇ ਗੁਮਾਨਪੁਰਾ ਰੇਲ ਗੱਡੀ ਨੂੰ ਪਟਰੀ ਤੋਂ ਉਤਾਰਨ ਦਾ ਮਾਮਲਾ। ਉਹ ਸਾਰਾ ਜਿਹੜਾ ਹੈਗਾ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਵਿਅਕਤੀ ਸੀ, ਟੋਟਲ 500 ਦੇ ਕਰੀਬ ਕਹਿ ਰਹੇ ਨੇ ਸੂਚੀ ਜਿਹੜੀ ਹੈਗੀ ਹੈ ਇਹਨਾਂ ਦੀਆਂ ਬਣਦੀ ਹੈ। ਉਹ ਸਾਰੇ ਤੱਥ ਵੀ ਇਹਨਾਂ ਨੇ ਸਾਹਮਣੇ ਲਿਆਂਦੇ ਨੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਜਲਿਆਂਵਾਲਾ ਬਾਗ ਕਤਲੇਆਮ ਕੀ ਸੀ। ਸੋ ਡਾਕਟਰ ਸਾਹਿਬ ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਥੈਂਕ ਯੂ ਸਰ, ਤੁਸੀਂ ਬੁਲਾਇਆ ਔਰ ਸਾਡੀ ਬੁੱਕ ਨੂੰ ਇੰਨਾ ਮਾਣ ਦਿੱਤਾ। ਔਰ ਮੈਂ ਚਾਹੁੰਦਾ ਹਾਂ ਕਿਉਂਕਿ ਇਹ ਬੁੱਕ ਦਾ ਲਿਖਣ ਦਾ ਪਰਪਸ ਇਹੀ ਸੀਗਾ ਕਿ ਸਾਡੀ ਅੱਜ ਦੀ ਪੀੜ੍ਹੀ ਨੂੰ ਜਿਹੜੇ ਕਿ ਜੋ ਕਿ ਅੱਜ ਕੱਲ੍ਹ ਸਿਰਫ ਸਾਰੀ ਲਾਈਫ ਸਾਨੂੰ ਪਤਾ ਹੈ ਮਟੀਰੀਅਲਿਸਟਿਕ ਹੁੰਦੀ ਜਾ ਰਹੀ ਹੈ। ਹਰ ਵਿਅਕਤੀ ਜਿਹੜਾ ਆ ਉਹਨੂੰ ਇਹ ਹੈ ਕਿ ਮੈਂ ਕੁਝ ਨਾ ਕੁਝ ਰੁਜ਼ਗਾਰ ਪਾ ਲਵਾਂ ਜਾਂ
ਕਿਉਂਕਿ ਅੱਜ ਕੱਲ ਜਿਹੜਾ ਸਾਰਾ ਸਿਸਟਮ ਜਿਹੜਾ ਹੈ ਇਸ ਤਰ੍ਹਾਂ ਹੋ ਚੁੱਕਾ ਹੈ, ਕਿਤਾਬਾਂ ਤੋਂ ਅਸੀਂ ਦੂਰ ਹੁੰਦੇ ਲਾਈਫ ਸਰਵਾਈਵਿੰਗ ਲਈ ਬੰਦਾ ਸਟਰਗਲ ਕਰ ਰਿਹਾ ਸਟਰਗਲ ਕਰ ਰਿਹਾ, ਔਰ ਅਸੀਂ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸੋ ਇਹ ਇੱਕ ਕਿਤਾਬ ਜਿਹੜੀ ਹੈ ਇੱਕ ਪੂਰੀ ਤਰ੍ਹਾਂ ਇੱਕ ਕਹਾਣੀ ਦੇ ਰੂਪ ਵਿੱਚ ਹੈ। ਆਮ ਬੰਦਾ ਵੀ ਜਿਹੜਾ ਲੇਮੈਨ ਵੀ ਜਦੋਂ ਉਸ ਨੂੰ ਪੜ੍ਹੇਗਾ ਤਾਂ ਉਹਨੂੰ ਪਤਾ ਲੱਗੇਗਾ ਕਿ ਮੈਂ ਬਿਲਕੁਲ 1919 ਦੇ ਵਿੱਚ ਖੜਾ ਹਾਂ, ਕਿਉਂਕਿ ਇਹਦੇ ਵਿੱਚ ਘਟਨਾਵਾਂ ਜਿਹੜੀਆਂ ਉਸ ਤਰ੍ਹਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਔਰ ਪ੍ਰਸ਼ਾਂਤ ਗੌਰਵ ਜੀ ਜਿਹੜਾ ਇਸ ਦਾ ਇੱਕ ਜਿਹੜਾ ਇਸ ਬੁੱਕ ਦਾ ਜਿਹੜਾ ਫਸਟ ਪਾਰਟ ਲਿਖਿਆ ਹੈ, ਉਹਦੇ ਵਿੱਚ ਸਾਰੀਆਂ ਰਾਜਨੀਤਿਕ ਔਰ ਜਿਹੜੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਉਹਦੇ ਵਿੱਚ ਦਰਜ ਕੀਤੀਆਂ ਗਈਆਂ। ਔਰ ਜਿਹੜਾ ਦੂਸਰਾ ਪਾਰਟ ਬੁੱਕ ਦਾ ਹੈ ਉਹਦੇ ਸਾਹਿਤਕ ਪ੍ਰਪੇਖ ਜਿਹੜੇ ਹੈ ਉਹ ਅਲੱਗ-ਅਲੱਗ, ਜਿਸ ਤਰ੍ਹਾਂ ਸਾਡੇ ਰਾਈਟਰਸ ਹੋਏ ਆ ਬਹੁਤ ਸਾਰੇ, ਇਹਨਾਂ ਵਿੱਚ ਮਹਾਵੀਰ ਪ੍ਰਸਾਦ ਮਧੂਪ ਜੀ ਹੈ, ਉਹਨਾਂ ਨੇ ਆਪਣੀ ਕਵਿਤਾਵਾਂ ਦੇ ਵਿੱਚ ਲਿਖਿਆ ਹੋਇਆ। ਦੈਨ ਉਸ ਤੋਂ ਬਾਅਦ ਸੁਭਦਰਾ ਕੁਮਾਰੀ ਚੌਹਾਨ ਜੀ ਨੇ ਜਲਿਆਂ ਵਾਲੇ ਬਾਗ ਦੀ ਬਸੰਤ, ਉਸ ਨੂੰ ਅਸੀਂ ਇਹਦੇ ਵਿੱਚ ਪੰਜਾਬੀ ਵਿੱਚ ਟ੍ਰਾਂਸਲੇਟ ਕਰਕੇ ਲਿਖਿਆ ਹੋਇਆ। ਸੋਹਣ ਸਿੰਘ ਮੀਸ਼ਾ ਜੀ ਨੇ ਸਿੱਕੇ ਦੇ ਦਾਗ ਕਵਿਤਾ ਜਿਹੜੀ ਲਿਖੀ ਸੀ ਉਹਨੂੰ ਅਸੀਂ ਇਸ ਇਨਕਲੂਡ ਕੀਤਾ ਹੈ। ਬਾਬੂ ਫਿਰੋਜ਼ਦੀਨ ਸ਼ਰਫ ਜੀ ਹੈ ਜਿਨ੍ਹਾਂ ਨੇ ਜਲਿਆਂ ਵਾਲਾ ਬਾਗ ਲਿਖਿਆ। ਦੈਨ ਉਸ ਤੋਂ ਬਾਅਦ ਹੀਰਾ ਸਿੰਘ ਦਰਦ ਜੀ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਦੀ ਵਿਸਾਖੀ, ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ, ਭਾਰਤ ਵਰਸ਼ ਨੂੰ। ਦੈਨ ਉਸ ਤੋਂ ਬਾਅਦ ਗਦਰ ਪਾਰਟੀ ਦੀਆਂ ਕਾਂਗਰਸ ਨਾਲ ਦੋ ਗੱਲਾਂ। ਇਸ ਤੋਂ ਬਾਅਦ ਅਸੀਂ ਨਵਤੇਜ ਸਿੰਘ ਪ੍ਰੀਤਲੜੀ, ਜੋ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬੇਟੇ ਵੱਡੇ ਬੇਟੇ ਸੀ, ਉਹਨਾਂ ਨੇ ਜਲਿਆਂਵਾਲਾ ਬਾਗ ਜਾਗ ਪਿਆ ਇੱਕ ਲੇਖ ਲਿਖਿਆ, ਉਹਨੂੰ ਵੀ ਅਸੀਂ ਇਹਦੇ ਵਿੱਚ ਇਨਕਲੂਡ ਕੀਤਾ ਹੈ। ਦੈਨ ਸਦਤ ਹਸਨ ਮੰਟੋ ਨੇ 1919 ਦੀ ਗੱਲ ਜੀ ਗੁੱਡ 1919 ਦੀ ਗੱਲ ਦਾ ਲੇਖ ਜਿਹੜਾ ਲਿਖਿਆ ਉਹਦੇ ਕੁਝ ਪਾਰਟਸ ਅੰਸ਼ ਅਸੀਂ, ਕਿਉਂਕਿ ਅਸੀਂ ਪੂਰਾ ਨਹੀਂ ਲਿਖ ਸਕਦੇ, ਪਰ ਉਹਦੇ ਵਿੱਚ ਬਹੁਤ ਸਾਰੀਆਂ ਇੰਪੋਰਟੈਂਟ ਘਟਨਾਵਾਂ ਜਿਹੜੀਆਂ ਸਾਨੂੰ ਚੋਂ ਦਿਸਦੀਆਂ ਉਹ ਅਸੀਂ ਇਹਦੇ ਵਿੱਚ ਇਨਕਲੂਡ ਕੀਤੀਆਂ ਨੇ। ਦੈਨ ਮੁਲਕ ਰਾਜ ਆਨੰਦ ਜਿਹੜੇ ਉਹਨਾਂ ਨੇ ਦ ਮਾਰਨਿੰਗ ਫੇਸ ਇੱਕ ਨਾਵਲ ਜਿਹੜਾ ਲਿਖਿਆ ਸੀਗਾ, ਸੌਰੀ 7 ਸੀਜ਼ਨਸ ਸਮਰਸ ਨਾਵਲ, ਸੌਰੀ ਦੁਬਾਰਾ ਬੋਲ ਦੇਣਾ, ਕੋਈ ਨਹੀਂ, 7 ਸਮਰਸ ਨਾਵਲ ਦਾ ਜਿਹੜਾ ਹਿੱਸਾ ਹੈ ਉਹਦੇ ਵਿੱਚ ਦ ਮਾਰਨਿੰਗ ਫੇਸ ਅਸੀਂ ਇਨਕਲੂਡ ਕੀਤਾ ਇਹਦੇ ਵਿੱਚ। ਐਂਡ ਕ੍ਰਿਸ਼ਨ ਚੰਦਰ ਜੀ ਨੇ ਅੰਮ੍ਰਿਤਸਰ ਆਜ਼ਾਦੀ ਤੋਂ ਪਹਿਲੋਂ ਇਹ ਲਿਖਿਆ ਸੀ ਲੇਖ। ਔਰ ਭੀਸ਼ਮ ਸਾਨੀ ਜੀ ਨੇ ਰੰਗ ਦੇ ਬਸੰਤੀ ਚੋਲਾ ਨਾਟਕ ਜਿਹੜਾ ਸੀ ਉਹ ਲਿਖਿਆ ਸੀ ਜੀ। ਤੋਂ ਇਸ ਤੋਂ ਇਲਾਵਾ ਪੰਜਾਬ ਦੇ ਕੁਝ ਕ੍ਰਾਂਤੀਕਾਰੀ ਸੂਰਮੇ ਜਿਹੜੇ ਕਿ ਸਿੱਧੇ ਤੌਰ ਦੇ ਨਾਲ ਇਸ ਘਟਨਾ ਨਾਲ ਸੰਬੰਧਿਤ ਨੇ, ਜਾਂ ਇਸ ਘਟਨਾ ਤੋਂ ਬਾਅਦ ਵੀ ਜਿਹੜੇ ਪੰਜਾਬ ਦੇ ਵਿੱਚ ਪੈਦਾ ਹੋਏ ਨੇ, ਉਹਨਾਂ ਦੇ ਬਾਰੇ ਵਿੱਚ ਅਸੀਂ ਕੁਝ ਨਾ ਕੁਝ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲਾਂ ਵਜੋਂ ਅਸੀਂ ਉਹਨਾਂ ਦੇ ਨਾਮ ਨੂੰ ਇਸ ਦੇ ਵਿੱਚ ਇਨਕਲੂਡ ਕੀਤਾ ਹੈ ਜੀ। ਸੋ ਦਰਸ਼ਕੋ, ਡਾਕਟਰ ਪ੍ਰਸ਼ਾਂਤ ਗੌਰਵ ਤੇ ਡਾਕਟਰ ਰਜੇਸ਼ ਚੰਦਰ ਨੇ ਜੋ ਲਿਖਿਆ ਉਹ ਤਾਂ ਹੈ ਹੀ ਹੈ, ਬਾਕੀ ਪਾਕਿਸਤਾਨ ਹਿੰਦੁਸਤਾਨ ਦੇ ਸਾਹਿਤਕਾਰਾਂ ਨੇ ਵੀ ਜੋ ਜਲਿਆਂਵਾਲੇ ਬਾਗ ਨੂੰ ਲੈ ਕੇ ਲਿਖਿਆ, ਉਹਦੇ ਕਤਲੇਆਮ ਨੂੰ ਲੈ ਕੇ ਲਿਖਿਆ, 100 ਸਾਲ ਪਹਿਲਾਂ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਲਿਖਿਆ, ਉਹ ਵੀ ਤੁਹਾਨੂੰ ਜਿਹੜਾ ਹੈਗਾ ਸਾਰਾ ਕੁਝ ਸਾਹਿਤਿਕ ਜਿਹੜਾ ਹੈਗਾ ਮੈਟਰ ਵਿਸ਼ਾ ਤੁਹਾਨੂੰ ਇਹਦੇ 'ਚ ਪੜਨ ਨੂੰ ਜਿਹੜਾ ਮਿਲੇਗਾ। ਸੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਦੇਖਦੇ ਰਹੋ ਸਕਰੋਲ ਪੰਜਾਬ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਸ਼ੁਕਰੀਆ।